जी की वीरता होए सो गुर अरदास कर जी की वीरता होए सो गुर अरदास कर अरदास कर सारे अरदास कर अरदास कर जी की करता छोड़ सियाणप सगले मन तन अर्प कर ऊजो गुर के पैर पैर हाय हाय करो ददारे पैर ऊजो गुर के पैर दुर्मत जाए जारे साध जना के संग पवजल बिखम तारे से वो सतगुर देव अगे ना मरो डर खिन में करे निहाल ऊणे सुवर पर मन को हुए संतोख ध्याइए सदा हर सो लगा सतगुर से जाको करम तुरे जी की सारी संगत सारी संगत पिता जी दे प्यार विच गज के आखो सतनाम जिन्हां ने नहीं हाजरी लाई एक बारी फिर सारे आखो सतनाम कईयां दी राय है अरदास नहीं करनी चाहिए पर बाबा आनंद सिंह जी का बचन है सेड़ा सिख गुरु अगे अरदास ही नहीं करेगा ओदा मंगता ही नहीं बनेगा बाबा जी कहते हो सकता वो हंकारी हो जाए अरदास एक निमरता पैदा मैं मंगता तू देना फिर अरदास विच इन्नी ताकत है किसे कोलों हौमे भी हो जावे ते गुरबाणी दे प्रवाह चला के भाई लाल सिंह वांगू
ਪੰਜ ਅੰਮ੍ਰਿਤਧਾਰੀ ਸਿੰਘਾਂ ਕੋਲੋਂ ਜਦੋਂ ਅਰਦਾਸ ਕਰਾਵੇ ਤੇ ਕਲਗੀਧਰ ਕਹਿੰਦੇ ਤੇਰੀ ਅਰਦਾਸ ਦਾ ਸਦਕਾ ਮੇਰੀ ਵੀ ਗੋਲੀ ਨਹੀਂ ਲੰਘ ਸਕਦੀ। ਕਿਹੜੀ ਤਾਕਤ ਹੈ। ਸਤਿ ਸ੍ਰੀ ਅਕਾਲ। ਫੇਰ ਬਾਬਾ ਦੀਪ ਸਿੰਘ ਤੋਂ ਵੱਡਾ ਕੌਣ ਹੋਇਆ? ਬਾਬਾ ਦੀਪ ਸਿੰਘ। ਕਿਹੜੀ ਤਾਕਤ ਨਹੀਂ ਸੀ ਉਹਨਾਂ ਦੀ। ਪਰ ਜਦੋਂ ਅਬਦਾਲੀ ਕੋਲੋਂ ਹਰਮੰਦਰ ਸਾਹਿਬ ਆਜ਼ਾਦ ਕਰਾਉਣ ਲਈ ਤੁਰੇ ਨੇ, 5000 ਸਿੰਘ ਵੀ ਇਕੱਠਾ ਹੋ ਗਿਆ, ਸ਼ਸਤਰ ਵੀ ਨੇ, ਘੋੜੇ ਵੀ ਨੇ। ਪਰ ਇਤਿਹਾਸ ਲਿਖਦਾ ਬਾਬਾ ਦੀਪ ਸਿੰਘ ਜੀ ਨੇ ਤਰਨ ਤਾਰਨ ਗਲ 'ਚ ਪੱਲਾ ਪਾ ਕੇ ਅਰਦਾਸ ਕੀਤੀ, ਗਰੀਬ ਨਵਾਜ਼ ਸਫਲਤਾ ਤੇਰੇ ਹੱਥ ਹੈ। ਇਹ ਬਾਬਾ ਦੀਪ ਸਿੰਘ ਅਰਦਾਸ ਕਰਦੇ ਤੇ ਅਸੀਂ ਇਹ ਮੈਂ ਤਾਂ 1 ਮਿੰਟ ਲਾਇਆ ਵੀ ਕਈ ਰਾਏ ਦੇ ਦੇ। ਅਰਦਾਸ ਦਾ ਉਹਦੇ ਦਰ ਤੇ ਪਹੁੰਚ ਜਾਵੇ। ਇਹਦੀਆਂ 12 ਜੁਗਤੀਆਂ ਆਪ ਜੀ ਨੇ ਸੇਵਾ ਲਈ ਏ। ਅੱਜ 13ਵੀਂ ਦੀ ਵਾਰੀ ਏ। ਕੁਝ ਨਵੇਂ ਆਏ ਹੁੰਦੇ ਨੇ, ਉਹ 12 ਜੁਗਤੀਆਂ ਇੱਕ ਵਾਰੀ ਬੋਲ ਕੇ ਮਹਾਰਾਜ 13ਵੀਂ ਦੀ ਅੱਜ ਸੇਵਾ ਲੈਣ ਤੇ ਸੰਪੂਰਨਤਾ ਇਹ ਪ੍ਰਕਰਨ ਕਰਵਾਉਣ। ਅਰਦਾਸ ਕਰਨ ਦੀ ਪਹਿਲੀ ਜੁਗਤੀ, ਤੁਸੀਂ ਜਿਸ ਕੰਮ ਲਈ ਅਰਦਾਸ ਕਰ ਰਹੇ ਹੋ, 51 ਪਾਠ ਸੁਮਨੀ ਸਾਹਿਬ ਕੀਤੇ ਹੈ ਜਾਂ 101 ਜਪਜੀ ਸਾਹਿਬ ਕੀਤੇ ਹੈ, ਕੁਝ ਵੀ ਨੇਮ ਕੀਤਾ, ਅਰਦਾਸ ਕਦੀ ਇਹ ਨਹੀਂ ਕਹਿਣਾ ਮਹਾਰਾਜ ਮੈਂ ਇੰਨੇ ਪਾਠ ਕੀਤੇ ਨੇ। ਜੇ ਇਹ ਕਹਿ ਦਿਓਗੇ ਗੁਰੂ ਗੋਬਿੰਦ ਸਿੰਘ ਦੀ ਟੇਬਲ ਤੇ ਤੁਹਾਡੀ ਅਰਜੀ ਲੱਗਣੀ ਨਹੀਂ। ਉਹ ਕਹਾਂਗਾ ਅਰਜੀ ਨਹੀਂ ਕੰਪਿਊਟਰ ਚੁੱਕਦਾ ਪਿਤਾ ਜੀ ਦਾ। ਇਹ ਪਹਿਲੀ ਜੁਗਤੀ ਅਰਦਾਸ ਵਿੱਚ ਕਹਿਣਾ ਸਤਿਗੁਰੂ ਇੰਨੇ ਪਾਠਾਂ ਦੀ ਮੇਰੀ ਗਰੀਬਣੀ ਕੋਲੋਂ ਆਪ ਜੀ ਨੇ ਸੇਵਾ ਲਈ ਹੈ, ਕੀਤੇ ਨਹੀਂ ਸੇਵਾ ਲਈ ਹੈ। ਇਹਦਾ ਵੇਰਵਾ ਆਪ ਜੀ ਨੇ ਸਰਵਣ ਕੀਤਾ ਹੈ। ਅਰਦਾਸ ਦੀ ਦੂਜੀ ਜੁਗਤੀ, ਵਿਸ਼ੇਸ਼ ਅਰਦਾਸ ਕਰਨੀ ਹੋਵੇ ਤੇ ਖਾਲੀ ਹੱਥ ਨਹੀਂ, ਦੇਗ ਲੈ ਕੇ ਜਾਂ ਕੁਝ ਪ੍ਰਸ਼ਾਦ ਜਾਂ ਕੌਡੀ ਵੀ ਹੋ ਜੇ ਭਾਵੇਂ। ਤੀਸਰੀ ਜੁਗਤੀ, ਜੇ ਕਿਸੇ ਸੁਸਾਇਟੀ ਦੇ ਤੁਸੀਂ ਅਹੁਦੇਦਾਰ ਬਣ ਜਾਓ ਤੇ ਕਿਸੇ ਦੀ ਅਰਦਾਸ ਕਰਨੀ ਪਵੇ ਤੇ ਉਹਦਾ ਨਾਂ ਲੈ ਕੇ ਕਰਨੀ ਹੈ। ਫਲਾਣਾ ਸਿੰਘ ਬੇਨਤੀ ਕਰਦੇ ਨੇ ਮਹਾਰਾਜ, ਆਪਣੇ ਵੱਲੋਂ ਨਹੀਂ। ਜੇ ਆਪਣੇ ਵੱਲੋਂ ਤੇ ਫਿਰ ਭਾਰ ਪੈਣ ਦਾ ਡਰ ਹੋ ਜਾਂਦਾ, ਪਤਾ ਨਹੀਂ ਉਹਦੇ ਪੁੰਨ ਹੈ ਨੇ ਕਿ ਨਹੀਂ। ਉਹਦਾ ਨਾਂ ਲੈ ਕੇ ਕਰਨੀ, ਆਹ ਸਿੰਘ ਬੇਨਤੀ ਕਰਦਾ, ਫਿਰ ਉਹ ਸਿੰਘ ਜਾਣੇ ਤੇ ਗੁਰੂ ਜਾਣੇ, ਕਰਨ ਵਾਲਾ ਬਾਅਦ। ਅਰਦਾਸ ਕਰਨ ਦੀ ਚੌਥੀ ਜੁਗਤੀ, ਅਰਦਾਸ ਕਰਨ ਵਿੱਚ ਅੱਤ ਦੀ ਨਿਮਰਤਾ ਹੋਵੇ। ਅਰਦਾਸ ਕਰਨ ਦੀ ਪੰਜਵੀਂ ਜੁਗਤੀ, ਅਰਦਾਸ ਇੱਕ ਅੱਗੇ ਹੋਵੇ। ਅਰਦਾਸ ਕਰਨ ਦੀ ਛੇਵੀਂ ਜੁਗਤੀ, ਜਿਹਦੇ ਅੱਗੇ ਅਰਦਾਸ ਕਰ ਰਹੇ ਹਾਂ ਉਹਦੀ ਸਮਰੱਥਾ ਤੇ ਵਿਸ਼ਵਾਸ ਹੋਵੇ ਕਿ ਜਿਹਦੇ ਅੱਗੇ ਮੈਂ ਜੋਦੜੀ ਕਰ ਰਿਹਾ ਹਾਂ ਉਹ ਸਮਰੱਥ ਤੇ ਝੋਲੀ ਭਰਨ ਦੇ। ਆਖੋ ਸਤਿਨਾਮ। ਅਰਦਾਸ ਕਰਨ ਦੀ ਸੱਤਵੀਂ ਜੁਗਤੀ, ਜਿਹੜੀ ਤੁਸੀਂ ਮੰਗ ਰੱਖ ਰਹੇ ਹੋ ਜ਼ਰੂਰੀ ਹੋਵੇ, ਉਹਦੇ ਵਿੱਚ ਲੋਭ ਨਾ ਹੋਵੇ, ਲਾਲਚ ਨਾ ਹੋਵੇ, ਲੋਭ ਨਾ ਹੋਵੇ। ਅਰਦਾਸ ਕਰਨ ਦੀ ਅੱਠਵੀਂ ਜੁਗਤੀ, ਜਿਹੜੀ ਕੋਈ ਮੰਗ ਰਹੇ ਹੋ ਉਹਦੇ ਵਿੱਚ ਕਿਸੇ ਦਾ ਬੁਰਾ ਨਾ ਹੋਵੇ। ਆਖੋ ਸਤਿਨਾਮ। ਅਰਦਾਸ ਕਰਨ ਦੀ ਨੌਵੀਂ ਜੁਗਤੀ, ਨਿਆਸਰਾ ਹੋ ਕੇ ਅਰਦਾਸ ਕਰੇ। ਆਖੋ ਸਤਿਨਾਮ। ਬਿਲਕੁਲ ਨਿਆਸਰਾ ਹੋ ਜਾਏ। ਗੁਰੂ ਰਾਮਦਾਸ ਸੰਭਾਲ ਲੈ, ਜਦੋਂ ਨਿਆਸਰੇ ਹੋ ਜਾਓਗੇ ਪਹੁੰਚ ਜਾਏ। ਵੇਰਵੇ ਸੁਣਿਆ ਆਪ ਜੀ ਨੇ। ਅਰਦਾਸ ਕਰਨ ਦੀ 10ਵੀਂ ਜੁਗਤੀ, ਜਿਹਦੇ ਅੱਗੇ ਅਰਦਾਸ ਕਰ ਰਹੇ ਹੋ ਉਹਦੇ ਵਾਸਤੇ ਹਿਰਦੇ 'ਚ ਪਿਆਰ ਹੋਵੇ। ਪਿਆਰ, ਜਿਹਦੇ ਅੱਗੇ ਅਰਦਾਸ ਕਰ ਰਹੇ ਹੋ, ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ ਤੇ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਅਲਮਾਰੀ 'ਚ ਬੰਦ ਹੋਣ, ਉਹਦੇ ਲਈ ਪਿਆਰ ਹੋਵੇ। ਪਲੰਗ ਗੱਜ ਕੇ ਆਖੋ ਸਤਿਨਾਮ। ਅਰਦਾਸ ਕਰਨ ਦੀ 11ਵੀਂ ਜੁਗਤੀ,
अरदास कहते ढीठ मंगते वाला अरदास करन च गुण होवे, ढीठ मंगते वाला काला ना पवे। अरदास करन दी 12वीं जुगती दुनियावी दातां दे नाल नाल उत्तम मंग लई भी अरदास करे। ते अज 13वीं जुगती ये बड़ी अजीब जी है, ते सारे कृपा करियो, सिर पे हथ रखियो। जी की बिरथा होए सो गुर अरदास कर, सारे जी की बिरथा होए अरदास कर, अरदास कर, अरदास कर, अरदास कर। सारे गज के आखो सतनाम। 12 जुगतियां आप जी ने सरवण कीतियां। तुसी 12 दियां 12 जुगतियां दा प्रयोग करके कोई जोदड़ी करो। हुण 13वीं ਇਹ अरदास ਜਿਹੜੀ ਕਰਨੀ ਹੈ ਉਹਦੇ ਲਈ ਨਹੀਂ। ਤੁਸੀਂ 12 ਜੁਗਤੀਆਂ ਵਰਤੀਆਂ, ਕਿਰਪਾ ਹੋ ਗਈ। ਹੁਣ 13ਵੀਂ ਜੁਗਤੀ ਬੜੇ ਧਿਆਨ ਨਾਲ ਸਰਵਣ ਕਰਿਓ। तेरहवीं जुगती बड़ी वड्डी लोड़ जे दी। 13वीं जुगती कहंदे अरदास तुहाडी सुनी गई, पूरी हो गई, झोली भर गई। ये उल्टी काम हो गया। लास्ट जुगती है कहंदे अरदास पूरी होण ते माण ना करे। जे चाहता ना भी वो चीज़ संभाली रहे, हुण जिहड़ी गुरु ने झोली च पाती है। 13वीं जुगती अरदास पूरी होण ते माण ना करे, सगों नेम वधा के शुकराना करे। बहुत ध्यान है। मैं अपनी गुरु की हजूरी च कह रहा, एक नहीं हजारां तजर्बे एक बच्ची दी तरन तारन दे सरोवर राही, सुखमनी साहब राही, अरदासां राही फुलवैरी राजी हुई सी। हुण जदों राजी हो गई, बस उन्होंने अगों कवर करन दी, अज जिहड़ी 13वीं जुगती कवर करन दी जाच नहीं आई। इन्ना को दा मान कर लिया उन्हें बच्ची ने। ये मैं बीतियां गल्लां दस, 15-20 दिन बाद कभी एक नूं दस, कभी दूजे नूं दस। असी ते तरन तारन ने इशनान कीते जी तां फुलवैरी गई। असी इन्ने पाठ सुखमनी साहब कीते तां साडी फुलवैरी गई। 8 महीने बाद जिहड़ी चली गई सी फुलवैरी फिर हो गई। क्यों? मान कर करके दसिया, सगों नेम वधा के शुकराने नहीं कीते। महाराज ये हुण खीरले सवासां तक वाड़ लगी रहे। ये बड़ी जरूरी है भी। झोली भरी नूं संभालना किवें, संभालना। 13वीं जुगती अरदास पूरी होण ते मान ना करे, सगों नेम वधा के शुकराना करे। इनू बड़े सौखे ढंग नाल बाबा नंद सिंह जी समझाते सी। कहंदे जेड़ी बेरी नू फल लग जाण वो झुक जाती है। गज के आखो सतनाम। वो झुक जाती है। जे तेरी बेरी नू फल लग गए, अरदास पूरी हो गई है, ते होर नेम वधा के झुक जा गुरु अगे, बजाए मान ना कर किते दोबारा परचा ना पे। संभालना है, कवर करना चाहिए।
ये बाबा नंद सिंह जी का बचन है। कहते दुनियावी प्यो पुत्र नूं रास पा के देंदा है, ऐ लाख रुपया रास पा के दिती। जे पुत्र संभाले तरीके नाल उहनूं वरते, लख दा सवा लख बनावे वधावे, रास नूं प्यो 2 लाख होर पा देंदा है। किरपा वो संभालण जोगा होवे, प्यो रास होर पा देंदा है। ये बाबा जी दा बचन है। ओनू संभालण वाला होवे, प्यो रास होर पा देंदा है। कहंदे जदों प्यो वेखदा कि पुत्र इन्ना किरपा हो गई है, बड़े सोहणे ढंग नाल मेरी पाई रास नूं संभालदा पिया। एक दिन की आंदा है, प्यो कहंदा चाबियां तू ले लै। आखो सतनाम। तुहाडी जिहड़ी झोली भरी तुहानूं संभालण दी जाच आ गई। शुकराने शुकराने, रौला नहीं होता। शुकराने संभालण दी होर दिंदा, फिर संभालण दी जाच आ गई, शुकराने होर दिंदा। एक दिन आंदा फिर गुरु कहंदा इहनूं इन्नी संभालण दी जाच आ गई है, ते कहंदे गुरु टुट के अपने सिख नूं चाबियां भी दे दिंदा। संतन हथ राखी पूंजी, संतन हथ राखी पूंजी। हाँ जी, संतन हथ राखी पूंजी, संतन हथ राखी पूंजी। बोलो भैणों, संतन दुनियावी प्यो बाबा नंद सिंह जी कहते हौली हौली पुत्र नूं चाबियां। इसे तरह ही दरगाई प्यो भी जेड़े सिख नूं गुरु दियां भरियां झोलियां संभालनियां आ जाण, हौली हौली गुरु एक दिन चाबियां ही दे दिंदा। लै भाई छालो जिन्हों जो मर्जी दई। एक दिन आंदा गुरु चाबियां ही दे दिंदा। बाबा दीप सिंह तैनूं संभालण दी जाच आ गई है, लै खीसा मेरा हथ तेरा, जिहदे ते तू खुश होदे ते मैं खुश। चाबियां दे दे। बाबा सुखदेव सिंह जी पुचो मंडी जिन्हां नूं सेवा मिली, मैनूं उन्होंने एक दिन बचन सुनाया। मैनूं कहंदे निरंकार चिंगारी सब नूं दिंदा है। चिंगारी ते कई उस चिंगारी तो हज़ारां लखां दीवे जगा लैंदे ने, ते कई अनजान पुणे करके मान करके उन्होंने बुझा के बह जाते। आखो सतनाम। कई संभाल के रखते हो अगां होर दीवे जगाते, वो पूंजी नूं संभालिया। मौका हर एक नूं मिलदा। ये महापुरुषां दा बचन। 13वीं जुगती तुहाडी कोई अरदास पूरी हो गई, मान नहीं करना, बलाए ओदे नेम वधा के शुकराना। आ एक पंक्ति पढ़ियो ते 5-7 मिनट टिकाओ देना। अरदास पूरी होने ते मान ना करे, 13वीं जुगती नेम वधा के शुकराना करे। गुरु नानक मेरी पैज सवारी, आनंद करो मिल सुंदर। सुंदर किनू कहा? रब नूं। नारी असी सारियां नारियां। आनंद करो दा की अर्थ है? नेम वधाओ, आनंद करो, नेम वधाओ। गुरु नानक कोई तुहाडी पैज सवारे अरदास पूरी कर दे, नेम होर वधा दिओ कि ये झोली भरी रहे। एक बारी पढ़ियो ते 5-7 मिनट टिकाओ, इसे तरह बख्शना जी। गुरु नानक मेरी पैज सवारी, गुरु नानक मेरी पैज सवारी। भैणों
आनंद करो मिल सुंदर नारी, आनंद करो मिल सुंदर नारी। सज के भैणों आनंद करो मिल सुंदर नारी का मतलब समझ लेना भी वो सुंदर प्रभु के चरणों नाल नेम होर वधा। एक बड़ी बख्शी रूह होए ने रघबीर सिंह बीर, मैनू बचन उन्होंने बड़ा चंगा लगा, मेरा दिल कर रहा आप जी अगे रखा। तुहानू चंगा लगे तो अपनायो, ये नाल मेल खांदा है। बड़े ध्यान नाल सुनियो, रघबीर सिंह बीर जी ने अपनी किताबां च एक बचन लिखिया है, कहंदे जदों भी अरदास पूरी होवे, ध्यान नाल सुनियो, जदों भी अरदास पूरी होवे मन नीवा रखे, ध्यान देना रोला ना पावे। जदों भी अरदास पूरी होवे मन नीवा रखे। हुण अगली गल बड़े ध्यान नाल सुनियो, जदों भी अरदास पूरी होवे मन नीवा रखे, नीवे मन विच गुरु दी कृपा ठहरदी है। मन नीवा ना होवे ते गुरु दी कृपा डुल जांदी। आखो सतनाम। तुहाडे बड़े प्यारे कथावाचक भाई पिंदरपाल सिंह जी, उन्होंने भी अरदास बारे कथा कीतियां तो किताबां छपियां। मैनू बड़ा बचन चंगा लगा उन्होंने भी, एक आप जी के चरणों च भाई पिंदरपाल सिंह जी ने एक जगह बचन किया है, कहते अरदास पूरी होने ते शुकराना जरूर करे। अरदास पूरी होने ते शुकराना जरूर करे, ना शुकराना करन वाला अकिरत घाणा दी लाइन च लग जाए। बड़ी बात अरदास पूरी होने ते शुकराना जरूर करे, नहीं तो अपने मतलब नहीं किया छड़। कहते ना शुकराना करने वाला उस लाइन च आ जाएगा। अकिरत घाणा दी जड़ी कि लफज भी औखा सुनना। को सतनाम। जदों अरदास पूरी होवे आनंद करो मिल सुंदर नारी, आनंद करो मिल सुंदर नारी। बोलो भैणों, गुरु नानक मेरी पैद सवारी, गुरु नानक मेरी पैद सवारी। एक बारी गज के आखो सतनाम। कुछ दृष्टांत समझाए जाते ने भी इत्थे वीरवार सत्संगत करन वाले एहो जी अवस्था च पहुंच जान, गुरु भी कवे ए डबल एम च आ गए, डबल एम च आ गए। झोली भरदी है ते तां भी नेम वधा के शुकराना। आखो सतनाम। अरदास पूरी नूं संभालना किवें? महाराजा रणजीत सिंह, मैनू ये दृष्टांत बड़ा प्यारा लगा, मैं तुहाडे अगे तां रख रहा बई गुरु साहब मेहर करन गल होर खुल जाए। महाराजा रणजीत सिंह जम्मू कश्मीर वल जा रहा है, जंगा युद्धां दा कारज। ते रस्ते च साथियां नूं कहंदे महाराजा रणजीत सिंह बई बड़ा औखा जितना, उधर ताकत ज्यादा है, इलाका भी पहाड़ी है। किताबां लफज लिखे ने महाराजा रणजीत सिंह ने साथियों को कहे बड़ी विखड़ी मुहिम है, औखा काम है, इनू
ਕਵਰ ਕਰਨਾ, ਜੰਮੂ ਕਸ਼ਮੀਰ ਵੱਲ ਜਾ ਰਹੇ ਹਾਂ। ਤੇ ਵਿੱਚੋਂ ਇੱਕ ਸਾਥੀ ਕਹਿੰਦਾ ਜੀ ਫਗਵਾੜੇ ਦੇ ਕੋਲ ਇੱਕ ਧਰਮਸ਼ਾਲਾ ਹੈ, ਉੱਥੇ ਸੇਵਾ ਪੰਥੀ ਮਹਾਂਪੁਰਸ਼ ਨੇ, ਬੜੀ ਕਮਾਈ ਵਾਲੇ। ਤੇ ਜੇ ਮੁਹਿੰਮ ਬੜੀ ਵਿਖੜੀ ਹੈ ਨਾ, ਔਖਾ ਨਾ ਜਿੱਤਣਾ। ਤੇ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸਾਥੀ ਕਹਿੰਦਾ ਜੀ ਇਹ ਫਗਵਾੜੇ ਕੋਲੋਂ ਲੰਘਦੇ ਪਏ ਆ, ਉਹਨਾਂ ਮਹਾਂਪੁਰਸ਼ਾਂ ਕੋਲੋਂ ਅਰਦਾਸ ਕਰਾ ਲਈਏ। ਹੱਕ ਸਤਨਾਮ, ਅਰਦਾਸ ਕਰਾ ਲਈ। ਇਹ ਧਰਮਸਾਲ ਲਿਖਿਆ ਤੇ ਸੇਵਾ ਪੰਥੀ ਮਹਾਂਪੁਰਸ਼, ਸੇਵਾ ਪੰਥੀ ਹੁੰਦੇ ਭਾਈ ਕਨ੍ਹਈਆ ਜੀ ਦੀ ਟਕਸਾਲ ਨੂੰ ਸੇਵਾ ਪੰਥੀ ਟਕਸਾਲ ਕਹਿੰਦੇ। ਮੈਂ ਹੈਰਾਨ ਹੋ ਗਿਆ ਇੱਥੇ ਆ ਕੇ। ਮਹਾਰਾਜਾ ਰਣਜੀਤ ਸਿੰਘ ਨੇ 1 ਮਿੰਟ 'ਚ ਮੰਨ ਲਿਆ। ਕਹਿੰਦੇ ਹਾਂ ਵਿਖੜੀ ਮੁਹਿੰਮ ਹੈ, ਮਨ ਡਰਦਾ ਪਿਆ, ਬੜੀ ਔਖੀ ਜਿੱਤ ਹੈ, ਇਹ ਤੂੰ ਚੰਗਾ ਰਾਏ ਦਿੱਤੀ ਹੈ। ਮੈਂ ਹੈਰਾਨ ਹੋ ਗਿਆ। 4 ਸਰੀਰ ਹੋਰ ਘੋੜੇ ਤੋਂ ਉਤਰੇ, ਮਹਾਰਾਜਾ ਰਣਜੀਤ ਸਿੰਘ ਵੀ ਉਤਰਿਆ। ਤੇ ਮੈਂ ਹੈਰਾਨ ਹੋ ਗਿਆ, ਜੋੜੇ ਲਾਤੇ, ਨੰਗੇ ਪੈਰੀ ਉਹ ਧਰਮਸਾਲ 'ਚ ਗਏ ਉਹ ਸੇਵਾ ਪੰਥੀ ਮਹਾਂਪੁਰਸ਼ਾਂ ਕੋਲ। ਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮਹਾਂਪੁਰਸ਼ੋ ਜੰਮੂ ਕਸ਼ਮੀਰ ਵੱਲ ਫਤਿਹ ਪਾਉਣ ਜਾ ਰਹੇ ਹਾਂ, ਬੜੀ ਵਿਖੜੀ ਮੁਹਿੰਮ ਹੈ, ਸਾਡੀ ਅਰਦਾਸ ਕਰ ਦਿਓ, ਜਿੱਤ ਹੋਵੇ, ਫਤਿਹ ਹੋਵੇ। ਹੋਏ ਹੋਏ ਹੋਏ, ਮਹਾਂਪੁਰਸ਼ ਸੀ, ਨਰਮ ਦਿਲ। ਕਹਿੰਦੇ ਆਜੋ ਮਹਾਰਾਜਾ ਰਣਜੀਤ ਸਿੰਘ ਜੀ। ਜਲ ਪਾਣੀ ਛਕਿਆ, ਸੇਵਾਦਾਰ ਨੂੰ ਕਿਹਾ ਜਾਓ ਕੜਾ ਪ੍ਰਸ਼ਾਦੀ ਦੇਗ ਬਣਾ ਕੇ ਲਿਆਓ, ਕਿਉਂ ਅਰਦਾਸ ਕਰਨੀ ਵਿਧੀ ਨਾ ਕਰੀਏ। ਇੰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੜਾ ਪ੍ਰਸ਼ਾਦ ਦੀ ਦੇਗ ਆ ਗਈ। ਸਾਰਿਆਂ ਨੇ ਜਪਜੀ ਸਾਹਿਬ ਦੇ ਪਾਠ ਦੀ ਹਾਜ਼ਰੀ ਲਾਈ, 6 ਪੌੜੀਆਂ ਆਨੰਦ ਸਾਹਿਬ ਦੀ ਹਾਜ਼ਰੀ ਲਾਈ। ਤੇ ਸੇਵਾ ਪੰਥੀ ਮਹਾਂਪੁਰਸ਼ਾਂ ਨੇ ਨਾ ਉਹ ਗੱਲ 'ਚ ਪੱਲਾ ਪਾ ਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ, ਤੁਹਾਡਾ ਸੇਵਕ ਰਣਜੀਤ ਸਿੰਘ ਜੰਮੂ ਕਸ਼ਮੀਰ ਵੱਲ ਫਤਿਹ ਪਾਉਣ ਜਾ ਰਿਹਾ, ਜੰਗ ਕਰਨ ਜਾ ਰਿਹਾ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨੀ ਇਹਦੀ ਫਤਿਹ ਹੋਵੇ। ਉਹ ਮਹਾਂਪੁਰਸ਼ਾਂ ਅਰਦਾਸ ਕੀਤੀ, ਅਰਦਾਸ ਕੀਤੀ ਤੇ ਤਾਬਿਆਂ ਬਹਿ ਕੇ ਹੁਕਮਨਾਮਾ ਲਿਆ। ਜੇ ਤੇ ਹੁਕਮਨਾਮਾ ਹੁਣ ਲਿਖਿਆ ਹੁੰਦਾ ਉਸ ਸਮੇਂ ਸਾਖੀ ਕਰਾਂ ਤੇ ਮੈਂ ਆਪ ਜੀ ਅੱਗੇ ਰੱਖਣਾ ਸੀ ਵੀ ਕੀ ਹੁਕਮਨਾਮਾ ਆਇਆ। ਇੰਨਾ ਹੀ ਲਿਖਿਆ ਵੀ ਹੁਕਮਨਾਮਾ ਖੁਸ਼ੀਆਂ ਦਾ ਆਇਆ। ਆਖੋ ਸਤਿਨਾਮ, ਪ੍ਰਸੰਨਤਾ ਦਾ। ਮੈਂ ਗੱਲ ਛੋਟੀ ਕਰਾਂ, ਮਹਾਰਾਜਾ ਰਣਜੀਤ ਸਿੰਘ ਪ੍ਰਸ਼ਾਦ ਲਿਆ, ਖੁਸ਼ੀਆਂ ਲਈਆਂ, ਜੰਮੂ ਕਸ਼ਮੀਰ ਵੱਲ ਰਵਾਨਾ ਹੋ ਗਿਆ। ਤੇ ਕਹਿੰਦੇ ਬੜੀ ਕਿਰਪਾ ਹੋਈ, ਚੰਦ ਦਿਨਾਂ ਵਿੱਚ ਹੀ ਐਡੀ ਵਿਖੜੀ ਮੁਹਿੰਮ ਤੇ ਪੂਰੀ ਫਤਿਹ ਹੋ ਗਈ, ਬੜੀ ਬਖਸ਼ਿਸ਼ ਹੋ ਗਈ, ਜਿੱਤ ਹੋ ਗਈ। ਹੁਣ ਵਾਪਸ ਆ ਰਿਹਾ, ਹੁਣ ਇਹ ਅੱਜ ਦਾ ਲੈਣਾ ਜੇ 13ਵੀਂ ਜੁਗਤੀ, ਅਰਦਾਸ ਪੂਰੀ ਹੋ ਗਈ, ਜਿੱਤ ਹੋ ਗਈ, ਫਤਿਹ ਹੋ ਗਈ। ਹੁਣ ਸੰਭਾਲਣੀ ਕਿਵੇਂ? ਜਦੋਂ ਵਾਪਸ ਆਏ ਤੇ ਮਹਾਰਾਜਾ ਰਣਜੀਤ ਸਿੰਘ ਨਾ ਘੋੜੇ ਤੇ ਬੈਠਾ ਤੇ ਕਿਤਾਬਾਂ 'ਚ ਲਿਖਿਆ 2 ਸਰੀਰਾਂ ਨੂੰ ਭੇਜਿਆ ਫਗਵਾੜੇ ਕੋਲ ਰੁਕ ਕੇ ਵੀ ਜਾਓ ਮਹਾਂਪੁਰਸ਼ਾਂ ਨੂੰ ਕਹੋ ਜੰਗ ਫਤਿਹ ਹੋ ਗਈ ਹੈ। ਰਣਜੀਤ ਸਿੰਘ ਕਹਿੰਦਾ ਜੋ ਮੰਗਣਾ ਮੰਗ ਲਓ। ਆਖੋ ਸਾਧਨਾ, ਜੋ ਮੰਗਣਾ ਮੰਗ ਲਓ, ਜੰਗ ਫਤਿਹ ਹੋ ਗਈ ਹੈ, ਜਿੱਤੀ ਗਈ, ਕਿਰਪਾ ਹੋ ਗਈ। ਕਹਿੰਦੇ ਜਦੋਂ ਉਹ 2 ਸਰੀਰ ਗਏ ਉਹ ਸੇਵਾ ਪੰਥੀ ਮਹਾਂਪੁਰਸ਼ਾਂ ਕੋਲ, ਮਹਾਂਪੁਰਸ਼ੋ ਰਣਜੀਤ ਸਿੰਘ ਦਾ ਸੁਣਿਆ ਜੰਗ ਫਤਿਹ ਹੋ ਗਈ ਹੈ, ਜਿੱਤੀ ਗਈ ਹੈ, ਬੜੀ ਕਿਰਪਾ ਹੋਈ ਹੈ। ਤੇ ਰਣਜੀਤ ਸਿੰਘ ਕਹਿੰਦਾ ਜੋ ਮੰਗਣਾ ਮੰਗ ਲਓ, ਜੋ ਚੀਜ਼ ਤੁਸੀਂ ਮੰਗਣੀ ਹੈ ਮੰਗ ਲਓ। ਹੁਣ ਜਿਹੜਾ 2 ਗੱਲਾਂ ਕਹੀਆਂ ਜੇ ਬੜੇ ਧਿਆਨ ਨਾਲ ਸੁਣੇ, ਤੁਹਾਡੇ ਕੰਮ ਆਉਣ ਵਾਲੀਆਂ। ਅੱਗੋਂ ਮਹਾਂਪੁਰਸ਼ ਕਹਿੰਦੇ ਉਹਨਾਂ ਦੋਵਾਂ ਨੂੰ, ਕਹਿੰਦੇ ਓਏ ਭੋਲਿਓ, ਜਾਓ ਮਹਾਰਾਜਾ ਰਣਜੀਤ ਸਿੰਘ ਨੂੰ ਮੇਰਾ ਸੁਨੇਹਾ 2 ਸੁਨੇਹੇ ਦੇ ਦਿਓ। ਕਹਿੰਦੇ ਉਹਨਾਂ ਦੇ ਭਾਣੇ ਵੀ ਕੋਈ ਮੰਗਣ ਲੱਗੇ ਵੀ ਇੰਨੇ ਪਿੰਡ ਦੇ ਦਿਓ। ਕਹਿੰਦੇ ਦੱਸੋ ਕੀ 2 ਸੁਨੇਹੇ?
ਕਹਿੰਦੇ ਮੇਰਾ ਪਹਿਲਾ ਸੁਨੇਹਾ ਦੇ ਦਿਓ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਜਾਣ ਵੇਲੇ ਤੇ ਮੰਗਤਾ ਸੈਂ ਕਿ ਮਹਾਰਾਜ ਝੋਲੀ ਭਰੋ, ਮਹਾਰਾਜ ਝੋਲੀ ਭਰੋ, ਜਿੱਤ ਹੋਵੇ। ਮੇਰਾ ਪਹਿਲਾ ਸੁਨੇਹਾ ਦੇ ਦਿਓ ਜਦੋਂ ਜਾ ਰਿਹਾ ਸੈਂ ਜੰਗ ਜਿੱਤਣ ਤੇ ਮੰਗਤਾ ਬਣ ਕੇ ਆਇਆ, ਤੇ ਜਦੋਂ ਵਾਪਸ ਆਇਆ ਤੇ ਦਾਤਾ ਬਣ ਗਏ। ਰਣਜੀਤ ਸਿੰਘ ਕਹਿੰਦਾ ਜੋ ਮੰਗਣਾ ਮੰਗ ਲਓ, ਆਖੋ ਸਤਨਾਮ। ਵੀ ਆਉਣ ਵੇਲੇ ਦਾਤਾ ਬਣ ਗਏ। ਤੇ ਕਹਿੰਦੇ ਦੂਜਾ ਸੁਨੇਹਾ ਦੇ ਦਿਓ, ਮੈਨੂੰ ਬੜਾ ਪਿਆਰਾ ਲੱਗਾ, ਮੈਂ ਤਾਂ ਤੁਹਾਡੇ ਅੱਗੇ ਖੋਲਦਾ ਪਿਆ, ਸੇਵਾਪੰਥੀ ਮਹਾਂਪੁਰਸ਼ਾਂ। ਕਹਿੰਦੇ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਮੇਰਾ ਦੂਜਾ ਸੁਨੇਹਾ ਦੇ ਦਿਓ ਵੀ ਤੂੰ ਮੈਨੂੰ ਸੁਨੇਹਾ ਭੇਜਿਆ ਮਹਾਂਪੁਰਸ਼ਾਂ ਨੂੰ ਕਹੋ ਜੋ ਮੰਗਣਾ ਮੰਗ ਲਓ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣਾ ਜਿਹੜੇ ਗੁਰੂ ਦੇ ਕੋਲੋਂ ਮੈਂ ਤੇਰੇ ਵਾਸਤੇ ਮੰਗ ਸਕਦਾ ਤੇ ਮੈਂ ਉਹਦੇ ਕੋਲੋਂ ਆਪਣੇ ਵਾਸਤੇ ਨਹੀਂ ਮੰਗ ਸਕਦਾ। ਗੱਜ ਕੇ ਆਖੋ ਸਤਿਨਾਮ। ਜਿਸ ਗੁਰੂ ਕੋਲੋਂ ਮੈਂ ਤੇਰੇ ਲਈ ਕੁਝ ਮੰਗ ਸਕਦਾ ਮੈਂ ਆਪਣੇ ਲਈ ਨਹੀਂ ਮੰਗ ਸਕਦਾ। ਜਦੋਂ ਦੋਵਾਂ ਸੇਵਾਦਾਰਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਦੋ ਜਿਹੜੇ ਸਰੀਰ ਭੇਜੇ ਸੀ, ਜਦੋਂ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਂਪੁਰਸ਼ਾਂ ਦਾ ਬਚਨ ਸੁਣਾਇਆ, ਕਿਉਂ ਬੇਪਰਵਾਹ ਹੁੰਦੇ। ਸੰਤਨ ਅਵਰ ਨਾ ਕਾਹੂ ਜਾਨੀ, ਉਹਨਾਂ ਨੇ ਇੱਕ ਤੋਂ ਅਵਰ ਕੇ ਉਹਨੂੰ ਜਾਣਿਆ ਨਹੀਂ। ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ। ਜਦੋਂ ਆ ਕੇ ਸੁਨੇਹਾ ਦਿੱਤਾ ਜੀ, ਉਹ ਕਹਿੰਦੇ ਜਾਣ ਲੱਗਿਆ ਤੇ ਮੰਗਤਾ ਤੇ ਆਣ ਲੱਗਿਆ ਦਾਤਾ, ਤੇ ਜਿਸ ਗੁਰੂ ਕੋਲੋਂ ਮੈਂ ਤੇਰੇ ਅੱਗੇ ਤੇਰੇ ਵਾਸਤੇ ਮੰਗ ਸਕਦਾ ਤੇ ਮੈਨੂੰ ਆਪਣੇ ਵਾਸਤੇ ਨਹੀਂ ਆਉਂਦਾ ਮੰਗਣਾ। ਆਖੋ ਸਤਨਾਮ। ਤੇਰੇ ਕੋਲ ਮੰਗ। ਮਹਾਰਾਜਾ ਹੁਣ ਬੜੇ ਧਿਆਨ ਨਾਲ ਸੁਣਿਓ, ਇਹ ਤੁਹਾਡੇ ਲਈ ਪਕੜ ਦੀ ਬਾਤ ਹੈ। ਕਿਉਂ ਬੰਦੇ ਆ, ਇਹ ਨਹੀਂ ਕਿ ਆਪਾਂ ਗਲਤੀਆਂ ਨਹੀਂ ਕਰਦੇ, ਪਰ ਗੁਰੂ ਉਹਦੇ ਤੇ ਵੀ ਖੁਸ਼ ਹੁੰਦਾ ਜਿਹੜਾ ਗਲਤੀ ਕਰਕੇ ਮੰਨ ਲਵੇ ਜਲਦੀ ਵਾਪਸ ਆ ਜਾਵੇ। ਜਿਹੜਾ ਨਾ ਮੰਨੇ ਉਹ ਦਾਨਵ ਹੈ, ਦਾਨਵ ਰਾਖਸ਼। ਇਹ ਇੱਕ ਵੱਖਰਾ ਸਬਜੈਕਟ ਹੈ। ਕਹਿੰਦੇ ਜਦੋਂ ਦੋਵਾਂ ਸਰੀਰਾਂ ਨੇ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੋਵੇਂ ਬਚਨ ਸੁਣਾਏ ਤੇ ਮਹਾਰਾਜਾ ਰਣਜੀਤ ਸਿੰਘ ਨਾ ਦੋਵਾਂ ਨੂੰ ਕਹਿੰਦਾ ਓਏ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ ਹੈ, ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਹੈ। ਮੈਂ ਇੰਨਾ ਸੁਨੇਹਾ ਭੇਜ ਦਿੱਤਾ ਵੀ ਰਣਜੀਤ ਸਿੰਘ ਕਹਿੰਦਾ ਵੀ ਜੋ ਮੰਗਣਾ ਮੰਗ ਲਓ, ਜੰਗ ਫਤਿਹ ਹੋ ਗਈ। ਮੈਂ ਬੜੀ ਵੱਡੀ ਗਲਤੀ, ਇਹ ਮੈਂ ਇੱਥੇ ਪੜ੍ਹ ਕੇ ਹੈਰਾਨ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਗੁਣ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੰਗੇ ਪੈਰੀ, ਆਖੋ ਸਤਨਾਮ, ਨਾਲ ਕੁਝ ਹੋਰ ਸਰੀਰ ਲਏ, ਨੰਗੇ ਪੈਰੀ ਮਹਾਂਪੁਰਸ਼ਾਂ ਕੋ ਚੱਲ ਕੇ ਗਏ ਤੇ ਜਾ ਕੇ ਉਹਨਾਂ ਦੇ ਪੈਰ ਫੜ ਲਏ ਤੇ ਪੈਰ ਫੜ ਕੇ ਕਹਿੰਦੇ ਮਹਾਂਪੁਰਸ਼ੋ ਮੇਰੀਆਂ ਭੁੱਲਾਂ ਬਖਸ਼ ਦਿਓ, ਮੇਰੇ ਔਗਣ ਬਖਸ਼ ਦਿਓ। ਮੈਂ ਪੜ੍ਹ ਕੇ ਹੈਰਾਨ ਹੋ ਗਿਆ। ਮਹਾਰਾਜ ਰਣਜੀਤ ਸਿੰਘ ਦਾ ਵੀ ਦਿਮਾਗ ਸੀ। ਕਹਿਣ ਲੱਗਾ ਮਹਾਂਪੁਰਸ਼ੋ, ਮਹਾਂਪੁਰਸ਼ ਨਰਮ ਹੁੰਦੇ ਵੀ, ਪਤਾ ਵਾਪਸ ਆ ਗਿਆ। ਨਾ ਭਾਈ ਨਾ, ਤੇਰਾ ਸੁਨੇਹਾ ਗਲਤ ਸੀ, ਤੈਨੂੰ ਗਿਆਨ ਦਿੱਤਾ। ਆਖੋ ਸਤਨਾਮ। ਤੂੰ ਮਹਾਰਾਜ ਹੈ, ਸਤਿਕਾਰਯੋਗ। ਉਹ ਪੈਰ ਫੜ ਲੈ ਜੀ, ਮੇਰੀਆਂ ਭੁੱਲਾਂ ਬਖਸ਼ ਲਓ। ਨਾ ਭਾਈ ਸਾਡੇ ਦਿਲ 'ਚ ਕੁਛ ਨਹੀਂ। ਕਹਿੰਦੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਕੀ ਕਹਿੰਦਾ ਜੀ ਅੱਗੇ ਤੇ ਤੁਹਾਡੇ ਕੋਲੋਂ ਇੱਕ ਅਰਦਾਸ ਕਰਾਣੀ ਸੀ ਸ਼ੁਕਰਾਨੇ ਦੀ, ਹੁਣ ਤੁਸੀਂ ਦੋ ਅਰਦਾਸਾਂ ਕਰਨੀਆਂ। ਮੈਂ ਜਿਹੜਾ ਕਹਿ ਬੈਠਾ ਕੁਝ ਮੰਗ ਲਓ, ਹੁਣ ਸ਼ੁਕਰਾਨੇ ਦੀ ਅਰਦਾਸ ਵੀ ਕਰ ਦਿਓ ਤੇ ਮੇਰੀ ਭੁੱਲ ਬਖਸ਼ਾਣ ਦੀ ਅਰਦਾਸ ਵੀ ਕਰ ਦਿਓ। ਕਹਿ ਦਿਓ ਗੱਜ ਕੇ ਸਤਿਨਾਮ। ਇਹ ਗੁਣ ਸੀ। ਸਤਿ ਸ੍ਰੀ ਅਕਾਲ। ਮਹਾਰਾਜਾ ਨੇ ਜੀ ਹੁਣ ਤੁਸੀਂ ਇੱਥੇ ਆ ਕੇ ਸਮਝ ਲੈਣਾ ਕਿ ਅਰਦਾਸ ਪੂਰੀ ਹੋਣ ਤੇ ਮਾਣ ਨਾ ਕਰੇ। ਜੇ ਸੰਗਤ ਆ ਗਿਆ ਦਵੇ ਤੇ 3-4 ਮਿੰਟ ਹੋਰ, ਕਿਉਂਕਿ ਇਹ ਮਨ ਹੈ, ਇਹਨੂੰ ਕੋਈ 2-4 ਦਲੀਲਾਂ ਮਿਲਣ ਤੇ ਹੋ ਸਕਦਾ ਇੱਥੋਂ ਮੰਨ ਕੇ ਚਲਾ ਜਾਵੇ। ਮੰਨ ਗਿਆ ਤੇ ਕਹਿੰਦੇ ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਆਖੋ ਸਤਨਾਮ। ਜਦੋਂ ਵੀ ਅਰਦਾਸ ਪੂਰੀ ਹੋਵੇ ਕੀ ਕਰਨਾ ਆਪਾਂ ਜੀ, ਹੁਣ ਭੁੱਲਣਾ ਨਹੀਂ ਤੁਸੀਂ। ਕੀ ਕਰਨਾ? ਆਨੰਦ ਕਰੋ ਮਿਲ ਸੁੰਦਰ ਨਾਰੀ, ਆਨੰਦ ਕਰੋ ਮਿਲ ਸੁੰਦਰ ਨਾਰੀ। ਰਾਜ ਕੇ ਭੈਣੋ
ਆਨੰਦ ਕਰੋ ਮਿਲ ਸੁੰਦਰ ਨਾਰੀ, ਆਨੰਦ ਕਰੋ ਮਿਲ ਸੁੰਦਰ ਨਾਰੀ। ਆਨੰਦ ਅਰਦਾਸ ਪੂਰੀ ਹੋਣ ਤੇ 13ਵੀਂ ਜੁਗਤੀ ਮਾਣ ਨਾ ਕਰੇ, ਨੇਮ ਅਦਾ ਕੇ ਸ਼ੁਕਰਾਨਾ ਕਰੇ। ਜਿਹੜੀ ਝੋਲੀ ਤੇਰੀ ਭਰੀ ਏ ਉਹਦਾ ਕੋਈ ਵਾਲ ਵੰਗਾ ਨਹੀਂ ਕਰ ਸਕਦਾ। ਆਖੋ ਸਤਿਨਾਮ। ਜੇ ਆ ਗਿਆ ਮਾਣ, ਮੈਂ ਵੇਖਿਆ ਫਿਰ ਪਰਚਾ ਪੈ ਜਾਂਦਾ। ਉਹ ਆਇਆ ਵੀ ਹੁੰਦਾ ਫਿਰ ਨਿਕਲ ਜਾਂਦਾ। ਇਹ ਹੁਣ ਦਲੀਲਾਂ ਬੜੀਆਂ ਸੀ ਭਾਈ। ਸ਼ੁਕਰਾਨਾ ਅਰਦਾਸ ਪੂਰੀ ਹੋਣ ਤੇ ਇੱਕ ਨਿੱਕਾ ਜਿਹਾ ਜ਼ਿਕਰ ਹੈ ਆਪ ਜੀ ਦੇ ਗੱਲ ਪਕੜ ਚ ਆ ਜੇ। ਇਹਦਾ ਨਾਂ ਗੰਗੂ ਸ਼ਾਹ ਹੈ ਤੇ ਦਿੱਲੀ ਤੋਂ ਮੰਗਤਾ ਬਣ ਕੇ ਆਇਆ। ਕਿੱਥੇ? ਗੋਇੰਦਵਾਲ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਮਹਾਰਾਜ ਜੀ ਕਾਰੋਬਾਰ ਨਹੀਂ, ਕੁਝ ਦਿਨ ਸੇਵਾ ਕੀਤੀ, ਸਮਾਂ ਮਿਲਿਆ, ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ ਜੀ ਦਿਆਲੂ ਹੋ ਗਏ, ਅਰਦਾਸ ਸੁਣੀ ਗਈ। ਇੱਥੇ ਸੂਰਜ ਪ੍ਰਕਾਸ਼ ਵਿੱਚ 2 ਬਚਨ ਲਿਖੇ ਨੇ। ਗੁਰੂ ਅਮਰਦਾਸ ਜੀ ਨੇ ਕਿਹਾ ਦਿੱਲੀ ਜਾਓ, ਕਾਰੋਬਾਰ ਕਰੋ, 2 ਚੀਜ਼ਾਂ ਦਾ ਧਿਆਨ ਰੱਖਣਾ, ਨਿਤਨੇਮ ਨਾ ਛੱਡਣਾ। ਗੰਗੂ ਸ਼ਾਹ, ਇੱਕ ਨਿਤਨੇਮ ਨਾ ਛੱਡਣਾ। ਹੁਣ ਦੂਜਾ ਬਚਨ ਸੁਣਿਓ। ਦੂਜਾ ਬਚਨ ਗੁਰੂ ਅਮਰਦਾਸ ਜੀ ਨੇ ਕੀ ਆਖਿਆ? ਕਹਿੰਦੇ ਜਦੋਂ ਦਿੱਲੀ ਕਾਰੋਬਾਰ ਕਰੋਗੇ, ਇੱਕ ਨੇਮ ਨਾ ਛੱਡਣਾ, ਇੱਕ ਗੁਰੂ ਨਾਨਕ ਦਾ ਖਾਤਾ ਰੱਖਣਾ, ਉਹ ਨਾ ਭੁੱਲ ਜਾਣਾ। ਇਹਨੂੰ ਹੁਣ ਗੁਰੂ ਨਾਨਕ ਦਾ ਖਾਤਾ ਸਮਝ ਲਓ, ਦਸਵੰਧ ਕੱਢਣਾ। ਇਹ ਨਿੱਕੀ ਜਿਹੀ ਗੋਲਕ ਵੀ ਘਰ ਲਾਈ ਹੋਵੇ, ਕੋਈ ਥੈਲੀ ਲਾਈ ਹੋਵੇ, ਉਹ ਗੁਰੂ ਨਾਨਕ ਦੀ ਥੈਲੀ ਹੈ, ਗੁਰੂ ਨਾਨਕ ਦੀ ਗੋਲਕ। ਆਖੋ ਸਤਿਨਾਮ। ਗੁਰੂ ਨਾਨਕ ਦਾ ਖਾਤਾ ਰੱਖਣਾ। ਪਿਓ ਉਹਦੇ ਕੋਲੋਂ ਖੁਸ਼ੀ ਲਈ ਸੀ। ਇਹ ਲਿਖਿਆ ਇਤਿਹਾਸ ਵਿੱਚ, ਜਦੋਂ ਦਿੱਲੀ ਜਾ ਕੇ ਕਾਰੋਬਾਰ ਸ਼ੁਰੂ ਕੀਤਾ, ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਚੌਥ ਹੋਰ। ਹੁਣ ਸੰਗਤ ਸਾਰੀ ਦੱਸੋ, ਕਾਰੋਬਾਰ ਇੰਨਾ ਵੱਧ ਗਿਆ, ਇੰਨੀਆਂ ਬਰਕਤਾਂ। ਗੁਰੂ ਅਮਰਦਾਸ ਜੀ ਦੀ ਨਦਰ ਖੁਸ਼ੀ, ਅਰਦਾਸਾਂ ਪੂਰੀਆਂ। ਹੁਣ ਇੱਥੇ ਪਹਿਲੀ ਗੱਲ ਧਿਆਨ ਰੱਖਣਾ, ਕਾਰੋਬਾਰ ਇੰਨਾ ਵੱਧ ਗਿਆ ਕਿ ਸਾਧ ਸੰਗਤ ਨਿਤਨੇਮ ਭੁੱਲ ਗਿਆ। ਇੱਥੇ ਇਹ ਮਾਰ ਵਜਦੀ। ਆਨੰਦ ਕਰੋ ਮਿਲ ਸੁੰਦਰ ਨਾਰੀ। ਉਸ ਸੁੰਦਰ ਪ੍ਰਭੂ ਦੇ ਚਰਨਾਂ ਦੇ ਨਾਲ ਹੋਰ ਆਨੰਦ ਕਰੋ, ਨੇਮ ਵਧਾਓ। ਸਗੋਂ ਜੇ ਗੁਰੂ ਪੈਜ ਸਵਾਰ ਰਿਹਾ, ਘਟਾਓ ਨਾ। ਖਲੇਰਾ ਵੱਧਦਾ, ਜਿੰਨੇ ਯੂਨਿਟ ਵੱਧਦੇ ਜਾਣ, ਜਿੰਨੀਆਂ ਦੁਕਾਨਾਂ ਵੱਧਦੀਆਂ ਜਾਣ, ਉਹਨੇ ਜਪਜੀ ਸਾਹਿਬ ਦੇ ਪਾਠ ਵਧਾਵੇ। ਆਖੋ ਸਤਿਨਾਮ। ਵਾੜ ਲੱਗੀ ਰਹੀ। ਜਿਹੜੇ ਲਫ਼ਜ਼ ਇਤਿਹਾਸ 'ਚ ਲਿਖੇ, ਮੈਂ ਬੋਲਣ ਲੱਗਾ ਇਹਨੂੰ ਦੂਜੇ ਬੰਨੇ ਨਾ ਖੜਿਆ। ਉੱਥੇ ਬ੍ਰਾਹਮਣ ਲਿਖਿਆ ਹੈ। ਗੋਇੰਦਵਾਲ ਇੱਕ ਸੱਚਾ ਬ੍ਰਾਹਮਣ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆਇਆ ਤੇ ਆ ਕੇ ਕਹਿੰਦਾ, ਸਤਿਗੁਰੂ 2 ਮਹੀਨੇ ਬਾਅਦ ਮੇਰੀ ਧੀ ਦਾ ਵਿਆਹ ਹੈ, ਗੁਰੂ ਨਾਨਕ ਦੇ ਘਰ ਵਿੱਚੋਂ ਮੈਨੂੰ ਵੀ ਸਹਿਯੋਗ ਦਿਓ। ਇਹਨੇ ਭਾਗਾਂ ਲਿਓ ਤੁਸੀਂ। ਜਦੋਂ ਕਿਤੇ ਕਿਤੇ ਵਿਆਹ ਹੁੰਦੇ ਤੇ ਉਦੋਂ ਸਮਝੋ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਤੋਂ ਵੀ ਸਿਰ ਤੇ ਹੱਥ ਰੱਖ ਕੇ ਆਖੋ ਸਤਿਨਾਮ, ਸੇਵਾ ਲੈ। ਮੈਂ ਹੈਰਾਨ ਰਹਿ ਗਿਆ, ਐਡਾ ਵੱਡਾ ਸਾਡਾ ਪਿਓ ਹੋਵੇ, ਇੰਨਾ ਟਾਈਮ ਕੱਢਿਆ। ਇਹਦਾ ਮਤਲਬ ਬਾਬਾ ਜੀ ਦਇਆ ਸਾਡੇ ਲਈ ਪੂਰਨ। ਕਾਗਜ਼ ਲਿਆ,
ਤੁਹਾਡੇ ਪਿਓ ਨੇ ਗੁਰੂ ਅਮਰਦਾਸ ਜੀ ਨੇ ਕਲਮ ਲਈ ਆਪ ਆਉਂ ਰੁੱਕਾ ਲਿਖਿਆ, ਗੰਗੂ ਸ਼ਾਹ ਜੀ ਅਸੀਂ ਇੱਥੋਂ ਗੋਇੰਦਵਾਲ ਤੋਂ ਇਸ ਬ੍ਰਾਹਮਣ ਜੀ ਨੂੰ ਭੇਜ ਰਹੇ ਹਾਂ, ਇਹਦੀ ਬੇਟੀ ਦੀ ਸ਼ਾਦੀ ਏ, ਗੁਰੂ ਨਾਨਕ ਦੇ ਖਾਤੇ ਵਿੱਚੋਂ ਇਹਨੂੰ ਸਹਿਯੋਗ ਦਿਓ। ਆਖੋ ਸਤਿਨਾਮ। ਸਹਿਯੋਗ ਜਿਹੜਾ ਤਾਂ ਗੁਰੂ ਨਾਨਕ ਦਾ ਖਾਤਾ ਉਹਨੂੰ ਰਖਾਇਆ। ਕਹਿੰਦੇ ਉਹ ਗੁਰੂ ਅਮਰਦਾਸ ਜੀ ਵੇਖੋ ਇਹਦੇ ਵਾਸਤੇ ਵੀ ਟਾਈਮ ਕੱਢਦੇ ਸੀ, ਦਇਆ ਕਰਦੇ ਸੀ। ਜਦੋਂ ਉਹ ਰੁੱਕਾ ਲੈ ਕੇ ਦਿੱਲੀ ਪਹੁੰਚਿਆ ਤੇ ਹੁਣ ਖਲੇਰਾ ਇਹਨਾਂ ਅੱਗੇ, ਜਿਵੇਂ ਹੁਣ ਸਾਡਾ ਕੋਈ ਬਹੁਤ ਕਾਰੋਬਾਰ ਹੋਵੇ ਕਿ ਮੈਨੇਜਰ ਹੁੰਦਾ ਜੀ, ਮੀਤ ਮੈਨੇਜਰ ਜੀ, ਫਲਾਣਾ ਜੀ ਫਲਾਣਾ ਜੀ, ਹੁਣ ਅਗਾਂਹ ਬੰਦੇ ਸੀ। ਇਹਨੇ ਜਾ ਕੇ ਉੱਥੇ ਰੁੱਕਾ ਵਿਖਾਇਆ ਜੀ, ਮੈਂ ਇੱਥੋਂ ਆਇਆ ਗੁਰੂ ਨਾਨਕ ਦੇ ਖਾਤੇ। ਰੁੱਕਾ ਜਾਂਦੇ ਜਾਂਦੇ ਗੰਗੂ ਸ਼ਾਹ ਹੋ ਗਿਆ, आज ही कोई आया है ब्राह्मण जी ने आ रुक्का लिया भी कोई गुरु नानक दा खाते विचों। कहंदे गंगू शाह ने अगों अपने बंदियां नूं पुछदा, कहंदा भी कोई है तुहाडे कोल खाता गुरु नानक दा? कारोबारां च इन्नियां दिल्ली बरकतां पै गईयां, फरमान भी आ गया तो शुकराने भी भुल गए, गुरु नानक दे खाते भी। आखो सतनाम। ओ ब्राह्मण जी रुक्का लैके वापस आए गोइंदवाल, कहंदा जी उन्होंने ये आख्या साडे को कोई गुरु नानक दा खाता नहीं। चला जा मेरे गुरु अमरदास जी दे मुख चों बचन निकलिया, जिथे गुरु नानक दा खाता नहीं उत्थे कुछ भी नहीं। चलो तू प्रसन्न हो गया ते मिट्टी भी सोना है, तू रुठ गया सोने नूं भी हथ पाओ ते मिट्टी बन जाती है। इहनूं किते पकड़ च आ जाए बाहर। गुरु नानक दा खाता भुल गए, शुकराने भुल गए, ओहो कारोबार किते ते किते हुण डाउन आने शुरू हो गए। आखो सतनाम। अज होर कल होर परसों होर करदियां करदियां दिवाला निकल गया। उदों याद आया, होए अरदासां ते मेरियां पूरियां होईयां, झोलियां ते मेरियां भरियां, पर मैं वो दो बचन नहीं संभाले, नेम ना छड्डी, गुरु नानक दा खाता रखी, मैं दोवें नहीं संभाली। भाई वीर सिंह जी ने लिखिया भी ये फिर आया गोइंदवाल, हुण शर्म दे मारे महाराज दे सामने नहीं सी आंदा, सामने नहीं सी आंदा। उदों बौली साहब दी सेवा हो रही सी, हुण बौली साहब सेवा करन लग पिया, किते समा मिले मैं अपने आप नूं गुरु अमरदास जी दे चरनां चों बख्शावां। आखो सतनाम। कुछ इतिहासकारां ने तो लिखिया बई जदों फिर गुरु अमरदास महाराज दे कुछ दिनों बाद सामने होया, महाराज बख्श लो, तुसीं झोलियां भरियां, मैं मान कर लिया, शुकराने नहीं कीते, गज के कह दो सतनाम। गुरु नानक दा खाता नहीं रखिया। तो कई जगह लिखिया गुरु अमरदास जी ने कहा जाओ दिल्ली, पहले वाला समा तो नहीं आएगा पर रोटी तो नहीं जाओगे। आखो सतनाम। कुछ जगह ते भाई वीर सिंह जी ने लिखिया, महाराज ने कहा हुण इत्थे टिक जाओ, तुसीं संभाल नहीं सके, हुण इत्थे टिक जाओ, नाम सिमरन करो, सेवा करो। ते कहंदे फिर इहो जिहा टिकिया ये गंगू शाह। भाई वीर सिंह ने लिखिया अंबाले दे कोल पिंड दाओ, ये भाई वीर सिंह लिखते भी ये गढ़ शंकर दा सी गंगू शाह। फिर लाहौर गया सी, उत्थों कारोबार इहदा खत्म हो गया, तो गोइंदवाल आया, गोइंदवाल तो दिल्ली गया, दिल्ली तो
ਖਾਤਾ नहीं रखिया तो गोविंदवाल आया तो महाराज ने कहा हुण इत्थे कई जगह ते जिहड़ा मैं पहले बोलिया रोटी तो नहीं जाओगे करो वो जगह ते मैं दोवें रखती हैं तुहाडे महाराज ने कहा इत्थे टिक जाओ नाम सिमरन करो। तो भाई वीर सिंह ने लिखा भी अंबाले दे कोल पिंड दाओ है भी गुरु अमरदास जी ने ये भुल बख्शाउण करके मन फिर जदों आके नीवा कर लिया तो गुरु बख्शण आ रहे ਇਹੋ जी नाम बाणी की दात देती कि भाई वीर सिंह लिखते अंबाले दे कोल पिंड दाओ है जिथे हुण तक भी गंगू शाह की गद्दी चलती है। आखो सतनाम इशारा लेना 13वीं जुगती अरदास पूरी होण ते माण ना करे नेम वधा के शुकराना। तुहाडे पिता जी गुरु तेग बहादुर असाम गए। असाम का राजा सी राम राय उन्हें आके बेनती की महाराज पुत्र और बेनती करना ढंग बड़ा वधिया सी और चाबियां रखदियां सी उन्हें। असाम का राजा राम राय राणी नाल आई सी चाबियां का गुच्छा सी तो गुरु तेग बहादुर के चरणों च रखता तो महाराज ने गुच्छा चुक के आख्या चाबियां क्यों ये राज दियां चाबियां चाबियां सानू क्यों दे रहे हैं। तो इन्हें अगों आख्या सी जी जां तो चाबियां संभालण वाला भेज दिओ या चाबियां लै गज के आखो सतनाम या तो पुत्र की कृपा कर दो। गुरु तेग बहादुर जी एदा जुगती ते मन नीवा वेख के ना प्रसन्न हो गए। इन्ने बचन कीते भी जा पुत्र होएगा। असाम दा राजा बड़ा खुश राणी भी खुश पर बैठिया बैठिया तरेड़ आ गई। तरेड़ क्या ते बड़िया ने होएगा तो वेखा 2 तरेड़ा लिखियां एक आ गई एक सतगुरु सच्चे पातशाह का दूजा भी जदों इहदे पुत्र होया ये तो बड़े द्वारे गया बड़े द्वारे गया ते हर एक ने कहना असीं भेजिया। एक दिन दा तरेड़ आ गई होना कि नहीं। मैं पढ़ के हैरान हो गया गुरु तेग बहादुर एडे जानी जान कहते ओ राजा राम राय जी महाराज कहते जा तेरे नाल बचन करते हैं जेड़ा पुत्र होएगा ओदे मत्थे ते एक ओंकार दी मोहर खुद ही होएगी तेनू पता लग जाएगा गुरु नानक दे खाते चों आया। आखो सर आ साडा मत्था है ना जिथों वाल शुरू होंदे ना वाल ये लिखिया भी उत्थे एक ओंकार ये बच्चे दे खुदिया होया सी जिहड़ा मुंडा पुत्र होया इहदा नाम इतिहास आया रतन राय। राम राय दा बेटा रतन राय। हुण ए वेखियो जरा होया पुत्र झोलियां भरियां। मैं हैरान आसी नहीं उत्थे पहुंचे जिथे पहुंच गए जी। 4 साल बाद राम राय दी मौत हो गई ते मरण तो पहला पुत्र नू कह गया जिथों तू आया जिदी बख्शिश नाल आया किते ओदे शुकराने ना भुल जाए। हाय हाय हाय। ये बच्चे ने जदों होश संभाली ना रतन राय ने इन्हें आख्या सी मेरा प्यो कह गया मैनू ये स्पिरिट भर गया भी जिथों तू आया ओदे शुकराने ना भुल जाई। मां मैनू भी दर्शन करा गुरु तेग बहादुर। मां कहती गुरु तेग बहादुर ते चोला बदल गए हुण उन्हां दी जगह 10वें पातशाह। ए बच्चा जे रतन राय वेखो शुकराना असीं करांगे हो जा। गुरु गोबिंद सिंह दे दर्शन करन आया ते जेड़ा तुसीं प्रशादी हाथी सुणदे हो ना ये राजा रतन राय उस बच्चे ने भेटा कीता गुरु गोबिंद सिंह जी नूं जेड़ा 5 कला शस्त्र ओदियां 5 कला हो जांदियां सी वो भी इन्हें भेटा कीता। हीरियां नाल जड़िया चंदोआ वो भी ये बच्चे ने सतगुरु दे दित्ते चों भेटा कीता। चंदन दी चौंकी वो भी ये बच्चे ने भेटा कीती। 5 कला शस्त्र भी घोड़े भी ते प्रशादी हाथी बड़ा कीमती हाथी सी। एडा कीमती हाथी सी भी जदों गुरु गोबिंद सिंह चलदे सी ते इह सुंड विच मिसाल लैके चलदा सी चानना करदा सी। आखो सत एडा सिੱਖਿਆ सी एडा सिੱਖਿਆ सी। ऐ शुकराना है मेरे कोल जिन्नियां कीमती चीज़ां ने ये मेरियां नहीं जिथे मैं जिथों आया वां उस गुरु दे शुकराने विच कह दो गज के सतनाम।
ਜੇ ਕੀ ਬਿਰਥਾ ਸੋ ਗੁਰ ਕੈ ਅਰਦਾਸ ਸਾਰੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਅਰਦਾਸ ਕਰ ਅਰਦਾਸ ਕਰ ਅਰਦਾਸ ਕਰ ਅਰਦਾਸ ਕਰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ। ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਇਕਬਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ, ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ। ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850।